चितवो अन दिन नीत, खोल कपट गुर मेलिया। नानक हर संग मीत, तू मेरो मेर पर्वत स्वामी। ओट गही मैं तेरी, ना तुम डोलो ना हम गिरते। राख लीनी हर मेरी, ना तुम डोलो ना हम गिरते। राख लीनी हर मेरी। वाहिगुरु जी का खालसा, वाहिगुरु जी की फतेह। गरीब नवाज गुरु ग्रंथ साहिब सतगुरु सच्चे पातशाह जी दे पावन दरबार दियां हाज़रियां भर रही गुरु सवारी साध संगत जीओ, अकाल पुरख वाहिगुरु जी ने बख्शिश की है सतगुरु दी मुबारक बाणी दे पाठ अते कीर्तन राही आप जी ने सतगुरु दे पावन उपदेश नाल सांझ बनाउण दा यतन कीता है। नौवें पातशाह गुरु तेग बहादुर साहिब सतगुरु दी उचारण कीते हुए पावन सलोक, जिन्हां दी लड़ीवार कथा विचार सतगुरु दे पावन हजूर दीवाना विच आपां रोज़ ही सतगुरु दे उपदेश नूं विचारण दा यतन करदे हां। कल दे दीवान विच गुरु तेग बहादुर महाराज जी दे जिन्हां चार सलोकां दी विचार आपां सांझी कीती है, जिस विच पातशाह महाराज जी ने ऐसे जीवन वाले मनुखां दा जिक्र कीता है ਜਿਹੜੇ जीव अपनी सुरत नूं अपने मन नूं अकाल पुरख वाहिगुरू दे गुणां दे चिंतन विच जोड़दे हन, उस दे गुणां दा चेता करदे हन, रब दे होण दा अहसास करदे हन। उन्हां दा चिंतन, उन्हां दा चेता, उन्हां दा अहसास उन्हां नूं परमेश्वर विच एक सुर कर दिंदा है। जैसा सेवै तैसो होए, क्योंकि गुरबाणी का ये उपदेश है भी मनुख जो जो अपने अंदर उहदे चिंतन विचार सोच धारा चलती रहिंदी है, हौली हौली उसका अपना संसार ही उहो जिहा घड़िया जाता है, जीवन भी उहो जिहा घड़िया जाता है। इसे लिए असी गुरु ग्रंथ साहब जी की मुबारक बाणी विच, क्योंकि हुण तुसीं वेखो परमेश्वर एक है, सारी कायनात का सिरजणहारा इको ही है, पर उसकी व्याख्या संसार का हर मजहब ते हर मत मतांतर वखरी वखरी करता है। रब दो जां तीन नहीं हैं, पर एक रब की जो व्याख्या है, एक्सप्लेनेशन है, उस सबना ने वखरे वखरे अंदाज विच कीती है। ते गुरमत का अंदाज ये है, गुरमत की एक्सप्लेनेशन ते व्याख्या ये है भी परमेश्वर अकाल पुरख वाहिगुरू सिरजनहार भी है, पालनहार भी है, ते नाश करता भी है। ये सारे गुण उस परमेश्वरी सत्ता विच मौजूद ने। उसनूं मिठ बोलड़ा आख्या गया, निरभौ ते निर्वैर कहा गया। ये कहा गया भी उन्होंने जन्म लैण दी, खास रूप धारण करन दी जरूरत नहीं पैंदी, ये सारा संसार ही उसका रूप है। विस संसार तुम देख दे, ये हर का रूप है, हर रूप नदरिया है।
ਫਿਰ ਮਹਾਰਾਜ ਨੇ ਇਹ ਵੀ ਕਿਹਾ ਵੀ ਉਹ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਹੀ ਸਾਰੀ ਕਾਇਨਾਤ ਨੂੰ ਚਲਾਉਣ ਵਾਲਾ ਹੈ। ਕੋਈ ਗੈਬੀ ਤਾਕਤ, ਕੋਈ ਫਰਿਸ਼ਤਾ, ਕੋਈ ਦੇਵੀ ਦੇਵਤਾ, ਕੋਈ ਕਰਿੰਦਾ, ਕੋਈ ਕਰਮਚਾਰੀ ਉਹਨੇ ਨਹੀਂ ਰੱਖਿਆ ਹੋਇਆ। ਉਹਦਾ ਹੁਕਮ ਹੀ ਇੰਨਾ ਪ੍ਰਬਲ ਹੈ। ਹੁਕਮ ਵਿੱਚ ਹੀ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਹੁਕਮ ਵਿੱਚ ਹੀ ਸਭੋ ਕੁਝ ਵਾਪਰ ਰਿਹਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਣ ਇਹ ਜਿਹੜੀ ਐਕਸਪਲੇਨੇਸ਼ਨ ਹੈ, ਇਹ ਜਿਹੜੀ ਵਿਆਖਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੀ, ਇਹ ਸਾਨੂੰ ਭਰਮਾਂ ਵਿੱਚ ਨਹੀਂ ਭੁੱਲਣ ਦਿੰਦੀ, ਕੁਰਾਏ ਨਹੀਂ ਪੈਣ ਦਿੰਦੀ। ਉਹਦਾ ਅਹਿਸਾਸ ਕਿਸ ਰੂਪ ਵਿੱਚ ਹੋਣਾ ਹੈ, ਉਹਦੀ ਇਬਾਦਤ ਕਿਸ ਰੂਪ ਵਿੱਚ ਹੋਣੀ ਹੈ, ਉਹਦੇ ਨਾਲ ਇੱਕ ਸੁਰ ਕੈਸਾ ਹੁਣ ਜੇਕਰ ਗੁਰਬਾਣੀ ਦਾ ਇਹ ਚਿੰਤਨ, ਗੁਰਬਾਣੀ ਦਾ ਇਹ ਉਪਦੇਸ਼ ਸਾਡੇ ਚਿੰਤਨ ਦਾ ਭਾਗ ਬਣੇਗਾ ਤਾਂ ਸਾਡੀ ਸੁਰਤ ਉਸੇ ਤਰ੍ਹਾਂ ਹੀ ਡਿਵੈਲਪ ਹੋਏਗੀ ਜਿਸ ਤਰ੍ਹਾਂ ਦਾ ਸਤਿਗੁਰੂ ਉਪਦੇਸ਼ ਦੇ ਰਹੇ। ਹੁਣ ਜੇ ਕੋਈ ਆਖੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਬਲੀਆਂ ਵੀ ਮੰਗਦਾ ਹੈ, ਉਹ ਇੱਕ ਪਹਾੜ ਦੇ ਉੱਤੇ ਰਹਿੰਦਾ ਹੈ ਜਾਂ ਖਾਰੇ ਸਮੁੰਦਰ ਵਿੱਚ ਵੱਸਦਾ ਹੈ, ਹੁਣ ਉਸ ਵਿਆਖਿਆ ਦਾ ਜਿਹੜਾ ਚਿੰਤਨ ਕਰੇਗਾ, ਉਸ ਉਪਦੇਸ਼ ਦਾ, ਉਹਦੀ ਸੁਰਤ ਵੀ ਉਸ ਪਾਸੇ ਹੀ ਲੱਗਣੀ ਹੈ ਨਾ। ਉਹ ਕਰਮ ਵੀ ਉਹੋ ਜਿਹਾ ਹੀ ਕਰੇਗਾ, ਐਸੇ ਰੱਬ ਨੂੰ ਰਿਝਾਉਣ ਲਈ ਯਤਨ ਵੀ ਉਹੋ ਜਿਹਾ ਹੀ ਕਰੇਗਾ। ਤੋ ਸਤਿਗੁਰੂ ਇਸੇ ਕਰਕੇ ਬਾਣੀ ਵਿੱਚ ਆਖਦੇ ਜੈਸਾ ਸੇਵੈ ਤੈਸੋ ਹੋਏ। ਉਹੋ ਜਿਹਾ ਹੀ ਜੀਵ ਹੋ ਜਾਂਦਾ ਜਿਹੋ ਜਿਹਾ ਉਹਦਾ ਚਿੰਤਨ, ਜਿਹੋ ਜਿਹਾ ਉਹਦਾ ਅੰਦਰ ਖਿਆਲ ਸ਼ਕਤੀ ਉਹਦੇ ਚੱਲਦੀ ਹੈ, ਵਿਚਾਰ ਸੱਤਾ ਉਹਦੇ ਅੰਦਰ ਚੱਲਦੀ ਹੈ। ਤੋ ਪਾਤਸ਼ਾਹ ਜੀ ਨੇ ਫਰਮਾਇਆ ਸੀ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਫਿਰ ਨਾਲ ਹੀ ਜ਼ਿਕਰ ਕੀਤਾ ਵੀ ਜਿਨ੍ਹਾਂ ਦੇ ਮਨ ਮਾਇਆ 'ਚ ਗਰਸੇ ਨੇ ਉਹਨਾਂ ਦਾ ਚਿੰਤਨ ਮਾਇਆਧਾਰੀ ਹੋ ਜਾਂਦਾ ਹੈ। ਐਸੇ ਮਾਇਆਵੀ ਪਦਾਰਥਾਂ ਦੇ ਲੋਭ, ਲਾਲਚ, ਹਿਰਸ, ਸਵਾਰਥ ਤੇ ਮੋਹ ਵਿੱਚ ਗਰਸੇ ਹੋਏ ਜੀਵ ਜਿਹੜੇ ਨੇ ਆਪਣੇ ਜੀਵਨ ਨੂੰ ਫਿਰ ਕੇਵਲ ਤੇ ਕੇਵਲ ਉਸ ਦੌੜ ਤੱਕ ਹੀ ਸੀਮਤ ਰੱਖਦੇ ਨੇ। ਤੋ ਸਤਿਗੁਰੂ ਮਹਾਰਾਜ ਦੇ ਅਗਲੇ ਜਿਹੜੇ ਸ਼ਲੋਕ ਨੇ 33 ਨੰਬਰ ਸ਼ਲੋਕ, ਜਿਸ ਵਿੱਚ ਸਤਿਗੁਰੂ ਫਰਮਾ ਰਹੇ ਨੇ ਜਨਮ ਜਨਮ ਭਰ ਮਤ ਫਿਰਿਓ ਮਿਟਿਓ ਨਾ ਜਮ ਕੋ ਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ। ਜਨਮ ਜਨਮ ਭਾਵ ਬਹੁਤ ਵਕਤ, ਲੰਮੀਰਾ ਸਮਾਂ। ਸਤਿਗੁਰੂ ਆਖਦੇ ਬਹੁਤ ਲੰਮੀਰਾ ਸਮਾਂ ਭਟਕਦਿਆਂ ਭਟਕਦਿਆਂ ਉਲਝਿਆ ਹੋਇਆਂ ਬਤੀਤ ਹੋ ਗਿਆ। ਫਿਰ ਉਹਦਾ ਮਤਲਬ ਹੈ ਰੈਗੂਲਰ ਭਟਕਦੇ ਰਹਿਣਾ। ਬਹੁਤ ਲੰਮੇ ਅਰਸੇ ਤੋਂ ਇਹ ਜਿਹੜੀ ਭਟਕਣਾ ਜੀਵਨ ਵਿੱਚ ਬਣੀ ਹੋਈ ਹੈ ਤੇ ਇਹਦੇ ਮੁੱਕਣ ਦੀ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ, ਕਿਉਂਕਿ ਇੰਨਾ ਲੰਮਾ ਸਮਾਂ ਇਸ ਭਟਕਣਾ ਵਿੱਚ ਗੁਜ਼ਰ ਗਿਆ। ਇਸ ਦਾ ਕਿਧਰੇ ਵੀ ਐਂਡ ਹੁੰਦਾ, ਇਸ ਦਾ ਕਿਧਰੇ ਵੀ ਅਖੀਰ ਹੁੰਦਾ ਵਿਖਾਈ ਨਹੀਂ ਦੇ ਰਿਹਾ। ਮਿਟਿਓ ਨਾ ਜਮ ਕੋ ਤਰਾਸ। ਤੇ ਜਿੰਨੀ ਵੱਡੀ ਇਹ ਭਟਕਣਾ ਹੈ ਤੇ ਜਿੰਨੀ ਗਹਿਰੀ ਭਟਕਣਾ ਹੈ, ਜਮ ਮੌਤ ਦਾ ਡਰ ਵੀ ਉਨਾ ਹੀ ਵੱਡਾ ਜੀਵਨ ਉੱਤੇ ਬਣਿਆ ਹੋਇਆ। ਜਿੰਨਾ ਔਗਣ ਵਿੱਚ ਬੰਦਾ ਡੂੰਘਾ ਹੋਏਗਾ ਨਾ, ਉਨੀ ਉਸ ਔਗਣ ਦੀ ਤਕਲੀਫ ਵੀ ਡੂੰਘੀ ਹੁੰਦੀ ਜਾਏਗੀ। ਜਿਵੇਂ ਬਿਮਾਰੀ ਜਿੰਨੀ ਡੂੰਘੀ ਹੋਵੇ ਤੇ ਫਿਜ਼ੀਕਲੀ ਤਕਲੀਫ ਵੀ ਉਨੀ ਡੂੰਘੀ ਹੋ ਜਾਂਦੀ ਹੈ। ਬਸ ਇਉਂ ਸਮਝੋ ਵੀ ਸਰੀਰ ਨੂੰ ਜਿੰਨਾ ਰੋਗ ਮਾਰੂ ਲੱਗਾ ਹੁੰਦਾ ਹੈ, ਉਨਾ ਹੀ ਉਹਦੀ ਤਕਲੀਫ ਮਾਰੂ ਹੋ ਜਾਂਦੀ ਹੈ, ਅਸਹਿ ਹੋ ਜਾਂਦੀ ਹੈ। ਬਾਣੀ 'ਚ ਸਤਿਗੁਰੂ ਨੇ ਕਿਹਾ ਨਾ, ਜਿਉਂ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਦਾ ਮਤਲਬ ਰੋਗ ਜਿਸ ਦੇ ਸਰੀਰ ਨੂੰ ਗਰਸ ਗਿਆ ਹੋਵੇ, ਰੋਗ ਨੇ ਸਰੀਰ ਨੂੰ ਆਪਣੇ ਕੰਟਰੋਲ 'ਚ ਕਰ ਲਿਆ ਹੋਵੇ, ਤੇ ਫਿਰ ਉਹਦੇ ਪੱਲੇ ਕੀ ਰਹਿ ਜਾਂਦਾ? ਵਿਰਲਾਪ, ਤਕਲੀਫ, ਦੁੱਖ, ਮੁਸ਼ਕਲ, ਪੀੜਾ, ਵਿਪਦਾ। ਇਹੀ ਹੈ ਨਾ ਫਿਰ ਉਸ ਰੋਗ 'ਚੋਂ ਤਾਂ ਇਹ ਕੁਝ ਨਿਕਲੇਗਾ ਨਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜਾ ਆਤਮਕ ਤੇ ਮਾਨਸਿਕ ਰੋਗ ਹੋਏ ਭਟਕਣਾ ਦਾ, ਡਾਵਾਂ ਡੋਲ ਅਵਸਥਾ, ਡੀਂਗਣ ਡੋਲਾ ਤਊ ਲਓ ਜੋ ਮਨ ਕੇ ਭਰਮਾ। ਪਰ ਇਹ ਡਿੱਕੋ ਡੋਲੇ ਭਟਕਣਾ ਵਾਲੀ ਅਵਸਥਾ ਕਿਉਂ ਹੈ? ਭਰਮ ਕਰਕੇ, ਜੋ ਮਨ ਕੇ ਭਰਮਾ। ਭੁਲੇਖੇ ਕਾਰਨ ਭਟਕਣਾ ਹੈ, ਚੇਤੇ 'ਚ ਰੱਖੀਏ। ਇਹਨੂੰ ਇਵੇਂ ਸਟੈਪ ਬਾਈ ਸਟੈਪ ਬਾਣੀ 'ਚ ਲਿਖਿਆ ਗਿਆ ਕਿ ਹਨੇਰੇ ਕਾਰਨ ਭਰਮ ਹੈ, ਭਰਮ ਕਾਰਨ ਭਟਕਣਾ। ਬੜੀ ਬਾਕਮਾਲ ਉਦਾਹਰਣ ਹੈ ਬਾਣੀ 'ਚ। ਹਨੇਰਾ ਹੈ, ਵਿਹੜੇ ਵਿੱਚ ਰੱਸੀ ਪਈ ਹੋਈ ਹੈ। ਇੱਕ ਮਨੁੱਖ ਨੇ ਉੱਠ ਕੇ ਵੇਖਿਆ ਵੀ ਉਹਨੂੰ ਸੱਪ ਨਜ਼ਰ ਆ ਰਹੀ ਹੈ। ਇੱਕ ਉਦਾਹਰਣ ਹੈ
ਵੀ ਮ੍ਰਿਗ ਹਿਰਨ ਜਿਹੜਾ ਪਿਆਸਾ ਹੈ ਤੇ ਉਹ ਮਾਰੂਥਲ ਵਿੱਚ ਪਾਣੀ ਲੱਭਦਾ ਤੇ ਦੂਰ ਉਸ ਨੂੰ ਭੁਲੇਖਾ ਪੈਂਦਾ ਵੀ ਸ਼ਾਇਦ ਪਾਣੀ ਹੈ। ਹੁਣ ਇਹ ਸਾਰੀਆਂ ਉਦਾਹਰਨਾਂ ਸਤਿਗੁਰੂ ਨੇ ਬਾਣੀ ਦੇ ਵਿੱਚ ਭਰਮ ਦੀਆਂ ਦਿੱਤੀਆਂ ਨੇ। ਸੋ ਸਤਿਗੁਰੂ ਮਹਾਰਾਜ ਕਹਿੰਦੇ ਹਨੇਰਾ ਹੈ ਅਗਿਆਨਤਾ, ਭਰਮ ਹੈ ਭੁਲੇਖਾ ਹੈ ਵੀ ਰੱਸੀ ਨੂੰ ਸੱਪ ਸਮਝ ਲਿਆ। ਤੇ ਫਿਰ ਜਦੋਂ ਭਰਮ ਪੈ ਗਿਆ ਅੰਦਰ ਵੀ ਇਹ ਡਰਾਉਣੀ ਚੀਜ਼ ਹੈ ਤੇ ਭਟਕੇਗਾ ਵੀ ਬੰਦਾ, ਦੁਖੀ ਵੀ ਓਨਾ ਹੋਏਗਾ, ਉਲਝੇਗਾ ਵੀ ਓਨਾ। ਇੱਕ ਉਦਾਹਰਣ ਐਗਜ਼ਾਮਪਲ ਹੈ। ਅਗਿਆਨਤਾ ਦੇ ਹਨੇਰੇ ਕਾਰਨ ਸੱਚ ਝੂਠ, ਝੂਠ ਸੱਚ ਦਾ ਭੁਲੇਖਾ ਪੈ ਜਾਂਦਾ। ਫਰਕ ਕਿਸੇ ਚੀਜ਼ ਦਾ ਨਹੀਂ ਪਤਾ ਸਾਨੂੰ। ਜਿੰਨੇ ਫਰਕ ਪਤਾ ਨੇ ਨਾ ਸੱਚ ਝੂਠ ਦੇ, ਉਹ ਲਫ਼ਜ਼ੀ ਨੇ, ਜਾਣਕਾਰੀ ਦੇ ਨੇ। ਵੀ ਇੱਧਰੋਂ ਮੈਂ ਸੁਣਿਆ, ਉੱਧਰੋਂ ਮੈਂ ਸੁਣਿਆ, ਇੱਥੋਂ ਪੜ੍ਹ ਲਿਆ, ਉਹਨੇ ਦੱਸ ਦਿੱਤਾ। ਸਾਡੇ ਕੋਲ ਇੰਨੀ ਕੀ ਜਾਣਕਾਰੀ ਹੈ ਸੱਚ ਝੂਠ ਦੀ। ਅਸੀਂ ਸੱਚ ਤੇ ਝੂਠ ਨੂੰ ਉਸ ਗਹਿਰੇ ਤਲ ਤੇ ਨਹੀਂ ਜਾਣਦੇ ਜਿੱਥੇ ਜਾ ਕੇ ਅਸੀਂ ਝੂਠ ਦੇ ਪ੍ਰਭਾਵ ਤੋਂ ਬਚ ਸਕੀਏ ਤੇ ਸੱਚ ਨੂੰ ਅਪਣਾ ਸਕੀਏ। ਸਾਡੇ ਲਈ ਸੱਚ ਜਿਹੜੀ ਹੈ ਨਾ ਉਹ ਬੰਦਿਆਂ ਨਾਲ ਡੀਲ ਹੀ ਹੈ ਬਸ। ਤੋ ਸਤਿਗੁਰੂ ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਨੇ ਇਹ ਭਰਮ ਜਿਹੜਾ ਬਣਿਆ ਹੋਇਆ, ਇਸ ਭਰਮਾਂ ਕਰਕੇ ਹੀ ਭਟਕਣਾ ਹੈ ਜੀਵਨ ਦੇ ਵਿੱਚ, ਉਲਝਣ ਹੈ। ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਭਗਤ ਧੰਨਾ ਜੀ ਕਹਿੰਦੇ ਨੇ। ਤਨ ਮਨ ਧਨ ਨਹੀਂ ਧੀਰੇ, ਕਹਿੰਦੇ ਟਿਕਾ ਕਿਤੇ ਨਹੀਂ ਹੋਏਗਾ ਜਿੱਥੇ ਭਟਕਣਾ ਹੋਏਗੀ। ਤੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਮੌਤ ਦਾ ਤਰਾਸ, ਮੌਤ ਦਾ ਡਰ, ਆਤਮਿਕ ਮੌਤ ਦਾ ਭੈ ਜਿਹੜਾ ਉਹ ਕਦੇ ਵੀ ਦੂਰ ਨਹੀਂ ਹੁੰਦਾ, ਉਹ ਸਿਰ ਤੇ ਬਣਿਆ ਰਹਿੰਦਾ। ਫਿਰ ਮਹਾਰਾਜ ਕਹਿੰਦੇ ਨੇ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ। ਇਹ ਮੇਰੇ ਮਨ ਪਰਮੇਸ਼ਰ ਨੂੰ ਭਜ, ਰੱਬ ਨੂੰ ਯਾਦ ਕਰ, ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਦਾ ਚਿੰਤਨ ਚੇਤਾ ਕਰ। ਕੀ ਹੋਏਗਾ ਫਿਰ ਇਸ ਨਾਲ? ਨਿਰਭੈ ਪਾਵੈ ਬਾਸ, ਜਿੱਥੇ ਭੈ ਨਹੀਂ, ਜਿੱਥੇ ਡਰ ਨਹੀਂ, ਐਸੀ ਅਵਸਥਾ ਵਿੱਚ ਤੇਰਾ ਵਾਸਾ ਹੋ ਜਾਏ। ਐਸੇ ਹੁਣ ਨਿਰਭੈ ਅਵਸਥਾ ਵਿੱਚ ਟਿਕ ਜਾਣਾ ਹੀ ਨਿਰਭਉ ਪਰਮੇਸ਼ਰ ਦਾ ਰੂਪ ਹੋ ਜਾਣਾ। ਉਹ ਵੀ ਨਿਰਭੈ ਹੈ। ਰੱਬ ਰੂਪ ਕਿਵੇਂ ਹੋਇਆ ਜਾਣਾ? ਜਿਵੇਂ ਆਪਾਂ ਕੱਲ ਵਿਚਾਰਿਆ ਸੀ, ਜਿੱਥੇ ਸਤਿਗੁਰੂ ਕਹਿੰਦੇ ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਪਰਮੇਸ਼ਰ ਨਿਰਭਉ ਹੈ ਤੇ ਨਿਰਭਉ ਜਪੈ ਸਗਲ ਭਉ ਮਿਟੈ। ਇਸੇ ਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਸਦਾ ਆਨੰਦ ਰਹਿ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣੇ। ਗੁਣ ਰੂਪ ਹੋ ਜਾਣਾ, ਕਿਉਂਕਿ ਨਿਰਭਉ ਨੂੰ ਜਪਣ ਵਾਲਾ ਨਿਰਭਉ ਦਾ ਰੂਪ ਹੋ ਗਿਆ। ਨਿਰਵੈਰ ਨੂੰ ਜਪਣ ਵਾਲਾ ਨਿਰਵੈਰ ਹੋ ਗਿਆ। ਉਹਦੇ ਅੰਦਰ ਦੀ ਵੈਰ ਭਾਵਨਾ, ਖੁੰਦਕਬਾਜ਼ੀ ਖਤਮ ਹੋ ਗਈ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਨਿਰਭੈ ਪਾਵੈ ਬਾਸ। ਨਿਰਭੈ ਅਵਸਥਾ ਵਿੱਚ ਕਿਹੜੇ ਭੈ ਦਾ ਖਾਤਮਾ ਹੋ ਜਾਂਦਾ? ਜਿਹਦਾ ਸਤਿਗੁਰੂ ਪਹਿਲੀ ਪੰਕਤੀ ਜ਼ਿਕਰ ਕਰ ਰਹੇ ਨੇ, ਜਮ ਕੋ ਤਰਾਸ। ਆਤਮਿਕ ਮੌਤ ਦਾ ਭੈ ਉਹਦੇ ਅੰਦਰੋਂ ਨਿਕਲ ਜਾਂਦਾ, ਖਤਮ ਹੋ ਜਾਂਦਾ। ਤੋ ਸਤਿਗੁਰੂ ਪਾਤਸ਼ਾਹ ਅੱਗੇ ਫਰਮਾਉਂਦੇ ਨੇ ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਮਤ ਸਿਉ ਨਾਨਕ ਫਦਿਓ, ਰਾਖ ਲੇਹੋ ਭਗਵਾਨ। ਮੈਂ ਬਹੁਤ ਯਤਨ ਕੀਤੇ, ਕੋਸ਼ਿਸ਼ ਕੀਤੀ, ਉਪਾਅ ਕੀਤੇ। ਕਿਸ ਕਾਰਨ? ਮਹਾਰਾਜ ਕਹਿੰਦੇ ਨੇ ਮੈਂ ਸੋਚਿਆ ਵੀ ਕਿਸੇ ਐਸੇ ਯਤਨ ਨਾਲ, ਐਸੀ ਕੋਸ਼ਿਸ਼ ਨਾਲ ਮਨ ਦਾ ਮਾਣ ਮਿਟ ਜਾਂਦਾ ਹੋਵੇ, ਗੁਰੂਰ ਹੰਕਾਰ ਜਿਹੜਾ ਮਨ 'ਚ ਵਸਿਆ ਹੋਇਆ ਹੈ ਉਹ ਖਤਮ ਹੋ ਜਾਂਦਾ ਹੋਵੇ। ਕੋਈ ਐਸਾ ਹੈ ਉਪਾਅ? ਵੈਸੇ ਗੁਰੂਦੇਵ ਪੰਚਮ ਪਾਤਸ਼ਾਹ ਨੇ ਫਰਮਾਇਆ, ਕਹਿੰਦੇ ਨੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਿਕ ਅਹਮ ਬੁੱਧ ਬਾਂਧੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਹੁਣ ਉਸ ਤੇ ਪੰਕਤੀ ਸਤਿਗੁਰੂ ਨੇ ਕੀ ਕਹੀ ਹੈ? ਅਦਿਕ, ਹੋਰ ਹੋਰ ਹੋਰ, ਅਹਮ ਬੁੱਧ, ਹੰਕਾਰ ਦੀ ਬੁੱਧੀ ਹੋਰ ਵੱਧਦੀ ਗਈ। ਕਮਾਲ ਦੀ ਖੇਡ ਹੈ। ਮਹਾਰਾਜ ਕਹਿੰਦੇ ਨੇ ਮੈਂ ਪਾਠ ਵੀ ਧਰਮ ਗ੍ਰੰਥਾਂ ਦੇ ਹੀ ਕੀਤੇ। ਕੋਈ ਐਵੇਂ ਹੋਰ ਕੋਈ ਪੁਸਤਕਾਂ ਦਾ ਜ਼ਿਕਰ ਨਹੀਂ ਮਹਾਰਾਜ ਕਰ ਰਹੇ। ਮੈਂ ਹੋਰ ਪੁਸਤਕਾਂ ਪੜ੍ਹੀਆਂ, ਕੋਈ ਪਾਠਸ਼ਾਲਾ ਜਾਂ ਸਕੂਲ ਦੇ ਸਿਲੇਬਸ ਦੀਆਂ ਕਹਿ ਲਓ, ਜਾਂ ਕਿਸੇ ਹੋਰ ਟੌਪਿਕ 'ਤੇ ਲਿਖੀਆਂ ਹੋਈਆਂ ਆਪਾਂ ਕਹਿ ਸਕਦੇ ਨਾ ਕਈ ਵਾਰ।
ਪਾਠ ਪੜ੍ਹਿਓ ਔਰ ਵੇਦ ਵੀ ਚਾਰਿਓ। ਪੜ੍ਹਿਆ ਵੀ ਤੇ ਵਿਚਾਰਿਆ ਵੀ, ਉਸ ਦੇ ਅਰਥ ਭਾਵ ਸਾਰਾ ਕੁਝ ਵੀ ਸਮਝਿਆ ਜੋ ਅਸੀਂ ਸਮਝਦੇ ਹਾਂ, ਭਾਸ਼ ਟੀਕੇ। ਮਹਾਰਾਜ ਕਹਿੰਦੇ ਨੇ ਉਹਦੀ ਐਕਸਪਲੇਨੇਸ਼ਨ ਵੀ ਮੈਨੂੰ ਪਤਾ ਲੱਗੀ ਕੀ ਕੀ ਲਿਖਿਆ, ਸਮਝ ਆਇਆ ਵੀ ਇਹ ਜੋ ਮੰਤਰ ਲਿਖੇ ਨੇ, ਜੋ ਉਪਦੇਸ਼ ਲਿਖੇ ਨੇ ਧਰਮ ਗ੍ਰੰਥਾਂ ਵਿੱਚ, ਇਹਨਾਂ ਦੇ ਮਾਇਨੇ ਮਤਲਬ ਅਰਥ ਕੀ ਹੈ। ਫਿਰ ਇੱਥੇ ਹੀ ਨਹੀਂ, ਨਿਵਲ ਭੁਅੰਗਮ ਨਿਉਲੀ ਕਰਮ, ਜਿਹਨੂੰ ਆਪਾਂ ਕਹਿੰਦੇ ਯੋਗ ਮਤ ਮੁਤਾਬਕ, ਉਹਦੀ ਥਿਊਰੀ ਹੈ ਨਾ ਵੀ ਫਿਜ਼ੀਕਲੀ ਇੱਕ ਪ੍ਰੈਕਟਿਸ ਹੈ ਮਨ ਨੂੰ ਸਾਧਣ ਦੀ। ਕਹਿੰਦੇ ਫਿਜ਼ੀਕਲੀ ਮੈਂ ਉਹ ਸਾਰਾ ਯੋਗ ਦਾ ਕਾਰਜ ਵੀ ਕੀਤਾ ਜਿਹੜਾ ਉਹਨਾਂ ਨੇ ਦੱਸਿਆ, ਨਿਉਲੀ ਕਰਮ ਕਰਨਾ। ਇਹ ਵੀ ਤਾਂ ਕਹਿਣਾ ਯੋਗ ਸਿੱਧ ਆਸਣ 84 ਇਹ ਵੀ ਕਰ ਰਿਹਾ। ਜੋਗੀਆਂ ਵਾਲੀ ਸਿੱਧਤਾ ਕਮਾਉਣ ਲਈ ਮੈਂ 84 ਆਸਣ ਇਤਿਆਦਿਕ ਉਹ ਜਿੰਨੇ ਵੀ ਯਤਨ ਨੇ ਉਹ ਵੀ ਕੀਤੇ। ਅੱਜ ਹੁਣ ਤੁਸੀਂ ਦੇਖੋ ਨਾ, ਜਿਨ੍ਹਾਂ ਕੋਲ ਪ੍ਰਚਾਰ ਸਾਧਨ ਹੁੰਦੇ ਨੇ, ਹੁਣ ਸਾਡੇ ਦਿਮਾਗ 'ਚ ਇਹ ਗੱਲ ਫਿੱਟ ਹੋ ਗਈ ਵੀ ਜਿਹੜਾ ਫਿਜ਼ੀਕਲੀ ਜਿਹੜੀ ਅਭਿਆਸ ਹੈ, ਸਰੀਰ ਦੀ ਕਸਰਤ ਕਹਿ ਲਓ, ਐਕਸਰਸਾਈਜ਼ ਕਹਿ ਲਓ, ਤਾਂ ਕਿਸੇ ਰੂਪ 'ਚ ਵੀ ਹੋ ਸਕਦੀ ਹੈ ਨਾ, ਉਹਦੇ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਬੰਦਾ ਆਪਣੇ ਸਰੀਰ ਨੂੰ, ਬਾਡੀ ਨੂੰ ਰਿਲੈਕਸ ਕਰਨ ਲਈ, ਤੰਦਰੁਸਤ ਰੱਖਣ ਲਈ ਕੋਈ ਵੀ ਐਸੀ ਐਕਸਰਸਾਈਜ਼ ਕਰੇ, ਕਸਰਤ ਕਰੇ ਤਾਂ ਕਿ ਉਹਦਾ ਸਰੀਰ ਜਿਹੜਾ ਤੰਦਰੁਸਤ ਰਹੇ। ਇਹਦੇ 'ਤੇ ਕਿਸੇ ਨੂੰ ਕੋਈ ਆਪੱਤੀ, ਸ਼ੰਕਾ ਜਾਂ ਕੋਈ ਸਵਾਲ ਜਾਂ ਕੋਈ ਇਤਰਾਜ਼ ਕਿਉਂ ਹੋਵੇ। ਪਰ ਜਦੋਂ ਕੋਈ ਇਹ ਆਖੇਗਾ ਵੀ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਮਨ ਦਾ ਟਿਕਾਓ ਬਣ ਜਾਂਦਾ ਹੈ, ਤੁਸੀਂ ਧਰਮ ਦੀ ਉਸ ਮੰਜ਼ਲ ਨੂੰ ਪਾ ਲੈਂਦੇ ਹੋ ਜਿਹਦਾ ਜ਼ਿਕਰ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਉੱਥੇ ਆ ਕੇ ਉਹ ਐਕਸਰਸਾਈਜ਼ ਨਹੀਂ ਰਹਿ ਜਾਂਦੀ। ਉੱਥੇ ਰਸਤਾ ਗਲਤ ਚੁਣ ਲਿਆ ਗਿਆ ਵੀ ਉਹ ਮੰਜ਼ਲ ਦਾ ਇਸ ਕਸਰਤ ਨਾਲ ਕੀ ਸੰਬੰਧ ਹੈ। ਇਹ ਐਕਸਰਸਾਈਜ਼ ਫਿਜ਼ੀਕਲੀ ਹੋ ਰਹੀ ਹੈ, ਉਹ ਮੰਜ਼ਲ ਤੁਸੀਂ ਮਨ ਤੇ ਸੁਰਤ ਨਾਲ ਤੈਅ ਕਰਨੀ ਹੈ। ਤੋ ਗੁਰੂ ਪਾਤਸ਼ਾਹ ਮਹਾਰਾਜ ਜੀ ਉੱਥੇ ਜਾ ਕੇ ਫਰਕ ਪਾਉਂਦੇ ਨੇ, ਕਹਿੰਦੇ ਨੇ ਨਿਵਲ ਭੁਅੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਂਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਹੁਣ ਕੋਈ ਮਤੇ ਇਹ ਵੀ ਨਾ ਆਖੇ ਇਹਦਾ ਮਤਲਬ ਵੀ ਕਰਨਾ ਹੀ ਕੱਖ ਨਹੀਂ ਚਾਹੀਦਾ ਫਿਰ ਜ਼ਿੰਦਗੀ 'ਚ। ਵੀ ਜੇ ਤੁਹਾਨੂੰ ਕੋਈ ਬਹੁਤ ਚੰਗਾ ਉਪਦੇਸ਼ ਦੇ ਰਿਹਾ ਹੋਵੇ, ਜਾਂ ਤੁਹਾਨੂੰ ਮੰਨ ਲਓ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਤਿਗੁਰੂ ਪਾਤਸ਼ਾਹ ਨੇ ਬਖਸ਼ੀ ਹੈ, ਫਿਰ ਨਾ ਪੜ੍ਹੀਏ। ਇਹ ਵੀ ਤਾਂ ਪ੍ਰਸ਼ਨ ਉਪਜੇਗਾ ਨਾ ਸਾਡੇ ਅੰਦਰ। ਨਹੀਂ, ਉਹਦਾ ਕਾਰਨ ਇਹ ਹੈ ਕਿ ਸਤਿਗੁਰੂ ਨੇ ਅਗਲੇ ਸਟੈਪ ਵੀ ਤਾਂ ਦੱਸੇ ਨਾ, ਪੜ੍ਹਿਆ ਬੂਝੈ ਸੋ ਪ੍ਰਵਾਨ, ਉਹਨੂੰ ਬੁੱਝ, ਉਸ ਨੂੰ ਜਾਣ, ਤੇ ਫਿਰ ਮਹਾਰਾਜ ਨੇ ਉਹਨੂੰ ਕਮਾਉਣ ਦਾ ਜ਼ਿਕਰ ਵੀ ਤਾਂ ਬਾਣੀ ਦੇ ਵਿੱਚ ਕੀਤਾ ਹੈ ਨਾ, ਵੀ ਉਸ ਨੂੰ ਕਮਾਉਣਾ ਵੀ ਹੈ ਜੀਵਨ ਵਿੱਚ, ਉਹਨੂੰ ਉਹਦੀ ਘਾਲਣਾ ਵੀ ਘਾਲਣੀ ਹੈ। ਜਿਵੇਂ ਮੈਂ ਇੱਕ ਉਦਾਹਰਣ ਦੇਣਾ, ਮਨੁੱਖ ਦੇ ਇੱਕ ਬਾਂਹ ਦੇ ਉੱਤੇ ਜ਼ਖਮ ਹੋ ਜਾਏ, ਹੱਥ ਤੇ ਹੋ ਜਾਏ, ਸੱਟ ਲੱਗ ਜਾਏ, ਤੇ ਹੁਣ ਸਾਨੂੰ ਦਵਾਈ ਜਾਂ ਪੱਟੀ ਵੀ ਉੱਥੇ ਹੀ ਕਰਨੀ ਪਏਗੀ ਨਾ ਜਿੱਥੇ ਜ਼ਖਮ ਹੈ। ਇਹ ਥੋੜ੍ਹੀ ਹੋ ਸਕਦਾ ਵੀ ਖੱਬੇ ਹੱਥ ਦੇ ਉੱਤੇ ਸੱਟ ਲੱਗੀ ਹੋਵੇ ਤੇ ਪੱਟੀ ਬੰਦਾ ਸੱਜੇ ਹੱਥ 'ਤੇ ਕਰ ਲੈ, ਜਾਂ ਦਵਾਈ ਸੱਜੇ ਹੱਥ 'ਤੇ ਲਾ ਲੈ ਵੀ ਚਲੋ ਹੱਥ 'ਤੇ ਹੀ ਲਾਉਣੀ ਹੈ। ਇਸ ਤਰ੍ਹਾਂ ਨਹੀਂ ਹੋਏਗਾ। ਜਿੱਥੇ ਜ਼ਖਮ ਹੈ, ਜਿੱਥੇ ਸੱਟ ਹੈ, ਦਵਾਈ ਤੇ ਪੱਟੀ ਉੱਥੇ ਹੀ ਹੋਏਗੀ, ਪਰ ਸਹਾਇਤਾ ਦੂਜਾ ਹੱਥ ਵੀ ਨਾਲ ਕਰੇਗਾ ਪੱਟੀ ਬੰਨਣ ਦੇ ਵਿੱਚ, ਦਵਾਈ ਲਾਉਣ ਦੇ ਵਿੱਚ। ਹੁਣ ਹੱਥ ਸਹਾਇਤਾ ਤੇ ਕਰ ਰਿਹਾ, ਹੱਥ ਇੱਕ ਸੱਜਾ ਹੱਥ ਜਿਹੜਾ ਹੈ ਉਹ ਖੱਬੇ ਹੱਥ ਦੀ ਸਹਾਇਤਾ ਕਰ ਰਿਹਾ ਵੀ ਉੱਥੇ ਸੱਟ ਹੈ ਤੇ ਉੱਥੇ ਮੈਂ ਦਵਾਈ ਲਾਵਾਂ ਤੇ ਪੱਟੀ ਕਰ ਲਵਾਂ। ਪਰ ਧਿਆਨ ਵਿੱਚ ਰੱਖਣਾ, ਪੱਟੀ ਉੱਥੇ ਹੀ ਹੋਏਗੀ, ਦਵਾਈ ਉੱਥੇ ਹੀ ਲੱਗੇਗੀ ਜਿੱਥੇ ਜ਼ਖਮ ਹੈ। ਦੂਜਾ ਹੱਥ ਸਹਾਇਕ ਹੈ। ਠੀਕ ਇਸੇ ਢੰਗ ਨਾਲ ਫਿਜ਼ੀਕਲੀ ਜਿਹੜਾ ਕਰਮ ਕਰਨਾ ਹੈ ਨਾ, ਉਹ ਸਹਾਇਕ ਹੈ। ਕਿਹੜੇ ਕਾਰਜ ਲਈ? ਮਨ ਨੂੰ, ਸੁਰਤ ਨੂੰ ਉੱਚਿਆਂ ਚੁੱਕਣ ਲਈ। ਯਤਨ ਏਮ ਜਿਹੜਾ ਮਨ ਨੂੰ ਉੱਚਿਆਂ ਚੁੱਕਣਾ ਹੋਏਗਾ, ਸੁਰਤ ਨੂੰ ਉੱਚਿਆਂ ਚੁੱਕਣਾ ਹੋਏਗਾ, ਸਰੀਰ ਉਹਦਾ ਸਹਾਇਕ ਹੋਏਗਾ, ਕਰਮ ਅਭਿਆਸ ਉਹਦੇ ਸਹਾਇਕ ਹੋਣਗੇ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੈ ਕਰਮੈ ਨਾਸ। ਇਸ ਲਈ ਗੁਰੂ ਮਹਾਰਾਜ ਕਹਿੰਦੇ ਨੇ ਵੀ ਮੈਂ ਬੜੇ ਬਾਹਰ ਦੇ ਯਤਨ, ਇਹ ਹੁਣ ਸਮਝਾਉਣ ਦਾ ਢੰਗ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਆਪਣੇ ਆਪ ਉੱਤੇ ਢੁਕਾ ਕੇ ਗੱਲ ਕਹਿੰਦੇ ਨੇ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਮਾਨ ਨਹੀਂ ਮਿਟਿਆ, ਗੁਰੂਰ ਘਟ ਨਹੀਂ ਹੋਇਆ। ਇਹ ਇੱਕ ਐਸਾ ਗਹਿਰਾ ਰੋਗ ਹੈ, ਐਸਾ ਸੂਖਮ ਰੋਗ ਹੈ ਵੀ ਕਈ ਵਾਰ ਬੰਦਾ ਸੋਚਦਾ ਹੈ ਵੀ ਮੈਂ ਧਾਰਮਿਕ
ਮਜ਼ਹਬੀ ਸੰਸਾਰ ਵਿੱਚ ਜਾ ਕੇ ਸ਼ਾਇਦ ਮੈਂ ਹੰਕਾਰ ਤੋਂ ਬਚ ਜਾਵਾਂ, ਪਰ ਇੱਥੇ ਵੀ ਕਈ ਵਾਰ ਉਹ ਚੀਜ਼ ਵੱਧ ਜਾਂਦੀ ਘਟਣ ਦੀ ਬਜਾਏ। ਮੈਂ ਸੇਵਾ ਕਰ ਰਿਹਾ, ਸੇਵਾ ਨਾਲ ਮੈਂ ਨਿਰਮਾਣਤਾ ਕਮਾਉਣੀ ਹੈ, ਚੇਤੇ 'ਚ ਰੱਖਿਓ। ਬਾਣੀ ਪੜ੍ਹ ਰਿਹਾ ਅਤੇ ਉਹਦੇ ਨਾਲ ਮੇਰੇ ਅੰਦਰ ਨਿਰਮਾਣਤਾ ਹੋਣੀ ਹੈ। ਕੋਈ ਵੀ ਕਾਰਜ ਐਸਾ ਪਰਉਪਕਾਰ ਭਲੇ ਦਾ ਕੋਈ ਵੀ ਮੈਂ ਕਰ ਰਿਹਾ, ਉਹਦੇ ਨਾਲ ਨਿਰਮਾਣਤਾ ਜੀਵਨ ਵਿੱਚ ਆਏ। ਉਹਦੇ 'ਚ ਹਉਮੈ ਦੀ ਗੰਢ ਮਜ਼ਬੂਤ ਨਹੀਂ ਹੋਣੀ ਚਾਹੀਦੀ। ਜੇ ਹੋ ਰਹੀ ਹੈ ਤਾਂ ਇਹਦਾ ਮਤਲਬ ਹੈ ਪ੍ਰੈਕਟਿਸ, ਅਭਿਆਸ ਸਹੀ ਨਹੀਂ ਹੋ ਰਿਹਾ, ਕੋਸ਼ਿਸ਼ ਸਹੀ ਨਹੀਂ ਹੋ ਰਹੀ। ਸਾਹਿਬ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਇੱਕ ਸਿੱਖ ਸੇਵਾ ਕਰਿਆ ਕਰਦਾ ਸੀ, ਅਤੇ ਉਸਨੇ ਕਈ ਵਾਰ ਆਉਂਦੀ ਹੋਈ ਸੰਗਤ ਨੂੰ ਖਰਵੇ ਬੋਲ, ਐਸਾ ਵੀ ਤਾਂ ਹੁੰਦਾ ਨਾ ਵੇਲੇ ਕੁਵੇਲੇ ਕੋਈ ਆ ਗਿਆ, ਕੋਈ ਹੁਣ ਜਦੋਂ ਸਾਂਝਾ ਕਾਰਜ ਹੋਵੇ ਤਾਂ ਉੱਥੇ ਬੜੇ ਕੰਪਲੀਕੇਟਡ ਇਸ਼ੂ ਵੀ ਹੋ ਜਾਂਦੇ ਨੇ। ਹੁਣ ਦੂਜਾ ਆਉਣ ਵਾਲਾ ਉਹਨੂੰ ਪਤਾ ਨਹੀਂ ਵੀ ਇਹਦੇ ਨਾਲ ਕੀ ਬੀਤ ਰਹੀ ਹੈ, ਉਹਨੇ ਤਾਂ ਆਪਣੇ ਤਰੀਕੇ ਨਾਲ ਆਉਣਾ ਵੀ ਬੰਦਾ ਵਿਹਲਾ ਹੀ ਬੈਠਾ ਹੋਏਗਾ। ਉਹ ਖਿੱਚ ਜਾਂਦਾ, ਗੁੱਸਾ ਕਰਦਾ, ਕਈ ਵਾਰ ਕੌੜਾ ਵੀ ਬੋਲਦਾ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲ ਉਹਦੀ ਪੇਸ਼ੀ ਪਈ ਖਡੂਰ ਸਾਹਿਬ ਦੀ ਧਰਤੀ 'ਤੇ। ਮਹਾਰਾਜ ਇਹਦੀ ਬੋਲ ਚਾਲ ਸਹੀ ਨਹੀਂ, ਇਹਨੂੰ ਆਪਣੇ ਕਰਮ ਦਾ ਹੰਕਾਰ ਵੀ ਬੜਾ ਹੋ ਜਾਂਦਾ। ਇਹ ਸੁਣਾਉਂਦਾ ਰਹਿੰਦਾ ਵੀ ਮੈਂ ਆਹ ਕੀਤਾ, ਮੇਰੇ ਤੋਂ ਬਿਨਾਂ ਹੋਣਾ ਨਹੀਂ ਸੀ। ਇਸ ਤਰ੍ਹਾਂ ਦੀ ਕੋਈ ਸੁਭਾਅ 'ਚ ਜਦੋਂ ਇਹ ਚੀਜ਼ ਆ ਜਾਏ ਤਾਂ ਦੂਜਿਆਂ ਨੂੰ ਬੁਰੀ ਲੱਗਣ ਲੱਗ ਜਾਂਦੀ। ਮਹਾਰਾਜ ਉਸ ਨੂੰ ਬੁਲਾਉਂਦੇ ਨੇ ਅਤੇ ਦੱਸਦੇ ਨੇ ਵੀ ਭਾਈ ਤੈਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ। ਵੇਖ, ਜੇ ਤੂੰ ਨਹੀਂ ਕਰ ਸਕਦਾ ਤਾਂ ਤੂੰ ਟਾਲਾ ਕਰ ਲਿਆ ਕਰ। ਜੇ ਤੈਨੂੰ ਲੱਗਦਾ ਹੈ ਨਾ ਮੈਂ ਕੰਮ ਕਰਨ ਦੇ ਯੋਗ ਨਹੀਂ, ਤੂੰ ਪਾਸੇ ਹੋ ਜਾ ਕਰ, ਕੁਝ ਹੋਰ ਕਰ ਲੈ। ਇੱਕ ਤਾਂ ਖਰਵਾ ਬੋਲ ਨਹੀਂ ਬੋਲਣਾ, ਅਤੇ ਦੂਜਾ ਇਹ ਨਹੀਂ ਸੋਚਣਾ ਵੀ ਸਾਰਾ ਕੁਝ ਮੇਰੇ ਸਿਰ 'ਤੇ ਹੀ ਟਿਕਿਆ ਹੋਇਆ। ਉਹ ਦੋਵੇਂ ਗੱਲਾਂ ਤੋਂ ਹੀ ਮੁਨਕਰ ਸੀ, ਦੋਵੇਂ ਗੱਲਾਂ ਨੂੰ ਉਹ ਅਪਲਾਈ ਨਹੀਂ ਕਰ ਸਕਿਆ ਜ਼ਿੰਦਗੀ 'ਚ। ਨਾ ਤਾਂ ਉਹ ਕੌੜਾ ਬੋਲਣਾ ਛੱਡ ਸਕਿਆ। ਇਹ ਤਾਂ ਉਵੇਂ ਹੈ ਨਾ ਵੀ ਤੁਸੀਂ ਕਿਸੇ ਨੂੰ 36 ਪ੍ਰਕਾਰ ਦੇ ਪਕਵਾਨ ਭਾਈ ਗੁਰਦਾਸ ਜੀ ਕਹਿੰਦੇ ਉਹਦੇ ਸਾਹਮਣੇ ਰੱਖ ਦਿਓ ਖਾਣ ਵਾਸਤੇ, ਅਤੇ ਕੋਈ ਐਸੀ ਖਰਵੀ ਗੱਲ ਕਰ ਦਿਓ ਵੀ ਉਹਦਾ ਮਨ ਦੁਖੀ ਹੋ ਜਾਏ, ਤਾਂ ਉਸ ਖਰਵੀ ਗੱਲ ਦਾ ਇੰਨਾ ਅਸਰ ਹੋਏਗਾ ਉਹਦੇ ਜੀਵਨ 'ਤੇ, ਮਨ ਉੱਤੇ, ਵੀ ਉਹ 36 ਪ੍ਰਕਾਰ ਦੇ ਪਕਵਾਨਾਂ ਦਾ ਟੇਸਟ ਵੀ ਖਤਮ ਕਰ ਦੇਗਾ, ਸਵਾਦ ਮਾਰ ਕੇ ਰੱਖ ਦੇਗਾ। ਇਸ ਲਈ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਸ ਨੂੰ ਸੇਵਾ ਤੋਂ ਖਾਰਜ ਕੀਤਾ, ਹਟਾਇਆ ਅਖੀਰ ਨੂੰ। ਇਹ ਕਾਰਨ ਦੋ ਸਨ। ਹੰਕਾਰ ਸੀ, ਹੰਕਾਰ ਕਰਕੇ ਖਰਵਾ ਬੋਲ ਨਿਕਲਦਾ ਸੀ। ਇਹ ਜੀਵਨ ਦੇ ਮਸਲੇ ਬੜੇ ਅਜੀਬ ਕਿਸਮ ਦੇ ਹੁੰਦੇ। ਤੋ ਗੁਰੂ ਮਹਾਰਾਜ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਨੇ, ਦੁਰਮਤ ਸਿਉ ਨਾਨਕ ਫਦਿਓ ਰਾਖ ਲਿਓ ਭਗਵਾਨ। ਹੇ ਮੇਰੇ ਭਗਵਾਨ ਪਰਮੇਸ਼ਰ, ਮੈਨੂੰ ਬਚਾਓ, ਮੇਰੀ ਰੱਖਿਆ ਕਰੋ। ਰੱਖਿਆ ਕਿਸ ਪ੍ਰਕਾਰ ਕਰੋ? ਮਹਾਰਾਜ ਕਹਿੰਦੇ ਨੇ ਦੁਰਮਤ ਸਿਉ, ਮੈਂ ਭੈੜੀ ਮੱਤ ਵਿੱਚ, ਮੈਂ ਮਾਨਸਿਕ ਐਬਾਂ ਵਿੱਚ ਗਰਸਿਆ ਹੋਇਆ। ਮਾਨਸਿਕ ਤੌਰ 'ਤੇ ਮੈਂ ਐਬੀ ਹਾਂ। ਮਾੜਾ ਸੋਚਣਾ, ਭੈੜੇ ਖਿਆਲਾਂ ਦੇ ਵਿੱਚ ਉਲਝੇ, ਉਹਨਾਂ 'ਚੋਂ ਟੇਸਟ ਲੱਭਣਾ, ਮਾੜੇ ਖਿਆਲਾਂ 'ਚੋਂ ਕਿਸੇ ਪ੍ਰਤੀ ਬੁਰਾ ਸੋਚ ਕੇ ਉਹਦੇ 'ਚੋਂ ਸਵਾਦ ਲੈਂਦੇ ਰਹਿਣਾ। ਉਹ ਜਿਹੜੀਆਂ ਚੀਜ਼ਾਂ ਸਭ ਦੁਰਮਤ ਦੀਆਂ ਨਿਸ਼ਾਨੀਆਂ ਨੇ। ਦੁਰਮਤ ਸਿਉ ਨਾਨਕ ਫਦਿਓ, ਫਸਿਆ ਹੋਇਆ ਹਾਂ, ਮੈਨੂੰ ਬਚਾਓ, ਇਸ ਚੀਜ਼ ਤੋਂ ਮੇਰੀ ਰੱਖਿਆ ਕਰੋ। ਤੋ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਨੇ, ਹਜ਼ੂਰ ਆਖਦੇ, ਬਾਲ ਜਵਾਨੀ ਅਰ ਬਿਰਧ ਫੁਨ ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਬਾਲਪਨ, ਬਚਪਨ ਦੀ ਉਮਰ, ਜਵਾਨੀ ਦੀ ਉਮਰ, ਔਰ ਬਿਰਧ ਫੁਨ, ਅਤੇ ਫਿਰ ਓੜਕ ਨੂੰ ਬਿਰਧ ਅਵਸਥਾ। ਵਕਤ ਮਿਲ ਜਾਏ ਮਨੁੱਖ ਨੂੰ ਜੀਵਨ ਦਾ ਲਮੇਰਾ, ਅਤੇ ਤਿੰਨੇ ਅਵਸਥਾ ਬੰਦਾ ਹੰਡਾਉਂਦਾ ਹੈ। ਬਚਪਨ 'ਚੋਂ ਜਵਾਨੀ, ਜਵਾਨੀ ਤੋਂ ਬੁਢੇਪੇ ਤੱਕ ਦਾ ਸਫ਼ਰ। ਪਰ ਸਤਿਗੁਰੂ ਕਹਿੰਦੇ ਨੇ, ਤੇਰਾ ਬਚਪਨਾ ਹੋਵੇ, ਤੇਰੀ ਜਵਾਨੀ ਹੋਵੇ, ਤੇਰਾ ਬੁਢੇਪਾ ਹੋਵੇ, ਪਰ ਜੇ ਉਮਰ ਦੇ ਕਿਸੇ ਵੀ ਪੜਾਅ ਉੱਤੇ ਜਾ ਕੇ ਇਸ ਉਮਰ ਦੇ ਵਕਤ ਨੂੰ ਹੰਡਾਉਂਦਿਆਂ ਹੋਇਆਂ ਸਤਿਗੁਰੂ ਕਹਿੰਦੇ ਨੇ, ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਤੇਰਾ ਬਚਪਨਾ ਵੀ ਵਿਅਰਥ ਹੈ, ਜਵਾਨੀ ਵੀ ਵਿਅਰਥ ਹੈ, ਬੁਢੇਪਾ ਵੀ ਵਿਅਰਥ ਹੈ। ਕਿਸ ਚੀਜ਼ ਤੋਂ ਬਿਨਾਂ? ਹਰ ਭਜਨ ਬਿਨਾਂ, ਰੱਬੀ ਰਾਹ 'ਤੇ ਤੁਰੇ ਬਿਨਾਂ, ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਤੋਂ ਬਿਨਾਂ।
ਤੇਰੀ ਉਮਰ ਦਾ ਹਰ ਪੜਾਅ ਹੀ ਵਿਅਰਥ ਹੋ ਜਾਏਗਾ ਜੇ ਤੂੰ ਇਸ ਰਾਹ ਦਾ ਪੰਧ ਹੀ ਨਹੀਂ ਬਣਿਆ ਤੇ ਮਨੁੱਖਾ ਜੀਵਨ ਦੀ ਸਫਲਤਾ ਨਹੀਂ। ਵੈਸੇ ਮਹਾਰਾਜ ਨੇ ਬਾਣੀ ਦੇ ਵਿੱਚ, ਸਤਿਗੁਰੂ ਨੇ ਆਪਣੇ ਲਹਿਜ਼ੇ ਜੀਵਨ ਨੂੰ ਕਈ ਹਿੱਸਿਆਂ 'ਚ ਕਿਤੇ 4 ਪਹਿਰ ਵਿੱਚ ਵੀ ਵੰਡਿਆ, ਪਹਿਲੇ ਪਹਿਰੇ ਤੋਂ ਲੈ ਕੇ ਚੌਥੇ ਪਹਿਰੇ ਰਹਿਣ ਕਵਣ ਜਾ ਰਿਹਾ ਮਿੱਤਰਾ ਤੱਕ। ਕਿਤੇ ਸਤਿਗੁਰੂ ਪਾਤਸ਼ਾਹ ਨੇ ਜੀਵਨ ਦੇ ਇਵੇਂ ਪੜਾਅ ਮਿੱਥੇ ਨੇ ਜਿੱਥੇ ਸਤਿਗੁਰੂ ਮਹਾਰਾਜ 10 ਬਾਲ ਤਨ 20 ਰਵਣ 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ 50 ਸੀ ਪੱਗ ਖਿਸੈ, 60 ਕੇ ਬੁੱਢੇ ਪਾਵੈ, 70 ਕਾ ਮਤਹੀਣ 80 ਕਾ ਵਿਵਹਾਰ ਨਾ ਪਾਵੈ, 90 ਕਾ ਸਿਵ ਜਾਸਣੀ ਮੂਲ ਨਾ ਜਾਣੈ ਆਪ ਬਾਲ, ਢੰਡੋਲਿਮ ਢੂੰਡਿਮ ਡਿਠ ਮੈਂ ਨਾਨਕ ਜਗ ਧੂਏ ਕਾ ਧਵਲ ਹਰ। 10 ਸਾਲ ਦੇ ਸਤਿਗੁਰੂ ਮਹਾਰਾਜ ਨੇ ਜੀਵਨ ਦੇ ਹਿੱਸੇ ਬਣਾ ਕੇ 100 ਸਾਲ ਇੱਕ ਸਮਝਾਉਣ ਦਾ ਤਰੀਕਾ ਹੈ ਵੀ ਮੰਨ ਲੈ ਜੇ ਤੂੰ ਜੀਵਨ ਦੇ ਇਸ ਪੜਾਅ 'ਤੇ ਪਹੁੰਚ ਜਾਏ, ਜੇ ਤੂੰ ਇਸ ਪੜਾਅ 'ਤੇ ਪਹੁੰਚ ਜਾਏ, ਇਸ ਪੜਾਅ 'ਤੇ ਪਹੁੰਚ ਜਾਏ ਤੇ ਉੱਥੇ ਆ ਸਿਚੁਏਸ਼ਨਸ ਜਿਹੜੀਆਂ ਨੇ ਤੇਰੇ ਸਾਹਮਣੇ ਹੋਣਗੀਆਂ, ਆਹ ਮਸਲੇ ਸਾਹਮਣੇ ਹੋਣਗੇ, ਇਹਨਾਂ 'ਚ ਤੂੰ ਗਰਸਿਆ ਰਹੇਗਾ ਤੇ ਤੇਰੇ ਜੀਵਨ ਦਾ ਉਹ ਪਾਰਟ, ਉਹ ਹਿੱਸਾ ਜਿਹੜਾ ਹੈ ਇਵੇਂ ਬਰਬਾਦ ਹੁੰਦਾ ਤੁਰਿਆ ਜਾਏ, ਖਰਾਬ ਹੁੰਦਾ ਤੁਰਿਆ ਜਾਏ। ਜਿਵੇਂ ਆਪਾਂ ਕਿਸੇ ਨੂੰ ਦੱਸਦੇ ਨਾ, ਬੰਦਾ ਰਾਹ 'ਤੇ ਜਾ ਰਿਹਾ, ਟਰੈਵਲ ਕਰ ਰਿਹਾ ਹੋਇਆ, ਆਪਾਂ ਉਹਨੂੰ ਕਹਿੰਦੇ ਹਾਂ ਨਾ ਜੇ ਤੂੰ ਫਲਾਨੀ ਜਗ੍ਹਾ 'ਤੇ ਜਾਏਗਾ ਤੇ ਉੱਥੇ ਰਸਤੇ 'ਚ ਆ ਪ੍ਰੋਬਲਮ ਹੈ, ਜੇ ਤੂੰ ਫਲਾਨੀ ਜਗ੍ਹਾ ਪਹੁੰਚੇ ਤੇ ਉੱਥੇ ਰਸਤਾ ਇੰਨਾ ਖਰਾਬ ਹੈ, ਉਹਨੂੰ ਅਸੀਂ ਦੱਸਦੇ ਹਾਂ ਵੀ ਇੱਥੇ ਜਾ ਕੇ ਆ ਮਾੜੀ ਸਿਚੁਏਸ਼ਨ ਆ ਸਕਦੀ। ਕਿੰਨਾ ਗੁਰੂ ਸਾਹਿਬ ਦਾ ਜੀਵਨ ਦੇ ਪ੍ਰਤੀ ਕਿੰਨਾ ਗਹਿਰਾ ਚਿੰਤਨ ਹੋਏਗਾ, ਜਰਾ ਸੋਚ ਕੇ ਵੇਖੋ। ਕਿੰਨਾ ਡੂੰਘਾ ਜੀਵਨ ਨੂੰ ਵੇਖਿਆ ਤੇ ਮਾਣਿਆ ਸਤਿਗੁਰੂ ਮਹਾਰਾਜ, ਤਾਂ ਹੀ ਇਹ ਜੀਵਨ ਬਾਰੇ ਉਹਨਾਂ ਨੇ ਸਾਨੂੰ ਦੱਸਿਆ। ਤੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਕਰਨੋ ਹੁਤੋ, ਜੋ ਕਰਨਾ ਚਾਹੀਦਾ ਸੀ, ਸੋ ਨਾ ਕੀਓ, ਉਹ ਨਹੀਂ ਕੀਤਾ। ਜੋ ਕਰਨਾ ਚਾਹੀਦਾ ਸੀ ਜੀਵਨ 'ਚ ਉਹ ਨਹੀਂ ਕੀਤਾ, ਭਾਵ ਜਿਹੜੇ ਨੇਕ ਅਮਲ ਕਮਾ ਕੇ ਜੀਵਨ ਦਾ ਮਿਆਰ ਉੱਚਾ ਕਰਨਾ ਸੀ, ਜੀਵਨ ਨੂੰ ਸਵਾਰਨਾ ਸੀ, ਉਹ ਕਾਰਜ ਨਹੀਂ ਮੈਂ ਕਰ ਸਕਿਆ। ਕੀ ਕਰਦਾ ਰਿਹਾ? ਉਹ ਵਕਤ ਮੈਂ ਕਿਹੜੀ ਚੀਜ਼ 'ਤੇ ਖਰਾਬ ਕੀਤਾ? ਪਰਿਓ ਲੋਭ ਕੈ ਫੰਦ, ਲਾਲਚ, ਸਵਾਰਥ, ਹਿਰਸ ਵਿੱਚ ਗਰਸਿਆ ਰਿਹਾ। ਕਰਨਯੋਗ ਕੰਮ ਨਹੀਂ ਕੀਤਾ, ਫਾਲਤੂ ਦੇ ਕਰਮਾਂ ਵਿੱਚ ਆਪਣੀ ਉਮਰ ਨੂੰ, ਆਪਣੇ ਵਕਤ ਨੂੰ, ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਫਸਾਈ ਰੱਖਿਆ, ਉਲਝਾਈ ਰੱਖਿਆ ਤੇ ਕਰਨ ਵਾਲੇ ਕਾਰਜ ਜਿਹੜੇ ਸਾਨੂੰ ਛੁੱਟ ਗਏ, ਉਹਨਾਂ ਦਾ ਚੇਤਾ ਹੀ ਭੁੱਲ ਗਿਆ ਵੀ ਇਹ ਕਾਰਜ, ਇਹ ਮੇਰੀ ਡਿਊਟੀ ਹੈ, ਮੇਰਾ ਫਰਜ਼, ਇਹ ਮੇਰੀ ਜ਼ਿੰਮੇਵਾਰੀ ਜਾਂ ਮੇਰੇ ਕਰਨਯੋਗ ਕੰਮ ਸੀ। ਉਹਨੂੰ ਮਹਾਰਾਜ ਬਾਣੀ 'ਚ ਕਹਿੰਦੇ ਨੇ, ਅਖਾਦਿਅੰ ਖਾਦਿਅੰ, ਨਾ ਖਾਣ ਯੋਗ ਚੀਜ਼ ਬੰਦਾ ਖਾ ਲੈ, ਜਿਹੜੀ ਚੀਜ਼ ਨਹੀਂ ਫਿੱਟ ਸਰੀਰ ਨੂੰ ਉਹ ਖਾ ਲੈ ਤੇ ਉਹਦਾ ਕੀ, ਉਹ ਕਿਸ ਤਰ੍ਹਾਂ ਦਾ ਰਿਐਕਸ਼ਨ ਹੋਏਗਾ ਸਰੀਰ ਨੂੰ। ਜਿਹੜੀ ਚੀਜ਼ ਸਰੀਰ ਲਈ, ਬੋਡੀ ਲਈ ਸਹੀ ਨਹੀਂ, ਬੰਦਾ ਉਹਨੂੰ ਖਾਣਾ ਸ਼ੁਰੂ ਕਰ ਦੇਗਾ, ਸਰੀਰ ਕਮਜ਼ੋਰ ਹੋਏਗਾ, ਬਿਮਾਰ ਹੋਏਗਾ, ਇਹੀ ਹੋਏਗਾ ਨਾ। ਘਰ ਵਿੱਚ ਕੋਈ ਬੰਦਾ ਐਸੀ ਗਲਤ ਚੀਜ਼ ਖਾ ਲਵੇ ਤੇ ਆਪਾਂ ਉਹਨੂੰ ਕਹਿੰਦੇ ਵੀ ਤੈਨੂੰ ਇਹ ਖਾਣ ਦੀ ਕੀ ਲੋੜ ਸੀ, ਆ ਤੇਰੇ ਕੋਲ ਆਪਸ਼ਨ ਸੀ, ਤੈਨੂੰ ਚੰਗੀ ਚੀਜ਼ ਖਾਣੀ ਚਾਹੀਦੀ ਸੀ। ਇਸੇ ਤਰ੍ਹਾਂ ਗੁਰੂ ਮਹਾਰਾਜ ਸਮਝਾਉਂਦੇ ਨੇ ਵੀ ਤੈਨੂੰ ਆ ਪਰਿਓ ਲੋਭ ਕੈ ਫੰਦ, ਇਹ ਫਾਈ ਗਲ ਪਵਾਉਣ ਦੀ ਕੀ ਲੋੜ ਸੀ, ਤੇਰੇ ਕਰਨ ਵਾਲਾ ਕੰਮ ਤੇ ਆ ਸੀ। ਜੇ ਤੂੰ ਕਰਦਾ, ਤੂੰ ਗਲਤ ਚੀਜ਼ ਵਿੱਚੋਂ ਜੀਵਨ ਦਾ ਸੁੱਖ ਲੱਭ ਰਿਹਾ। ਤੇ ਇਹ ਕਿਉਂ ਹੁੰਦਾ? ਜਿੱਥੇ ਪਰਖ ਨਾ ਰਹਿ ਜਾਏ, ਪਛਾਣ ਨਾ ਰਹਿ ਜਾਏ ਵੀ ਕਿਹੜਾ ਕੰਮ ਕਰਨ ਵਾਲਾ ਸੀ, ਕਿਹੜਾ। ਇਹ ਵੀ ਤੇ ਮਸਲਾ ਹੈ ਨਾ ਵੀ ਕਰਨ ਵਾਲਾ ਕੰਮ ਕਿਹੜਾ ਹੈ, ਜੇ ਇਹ ਵੀ ਨਹੀਂ ਪਤਾ। ਇਸ ਕਰਕੇ ਜੋ ਵੀ ਹੁੰਦਾ ਬੰਦਾ ਆਪਣੇ ਅੰਦਾਜ਼ੇ ਨਾਲ ਕਰ ਲੈਂਦਾ। ਤੋ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਨਾਨਕ ਸਮਿਓ ਰਮ ਗਇਓ। ਇਹ ਨਾਨਕ ਸਮਾਂ ਰਮ ਰਿਹਾ ਹੈ, ਗੁਜ਼ਰ ਰਿਹਾ ਹੈ, ਲੰਘ ਰਿਹਾ ਹੈ। ਤੇ ਜਦੋਂ ਸਮਾਂ ਗੁਜ਼ਰ ਜਾਂਦਾ ਹੈ ਫਿਰ ਬੰਦਾ ਸੋਚਦਾ ਹੈ ਜੇ ਆਹ ਕੰਮ ਕਰ ਲੈਂਦੇ ਤੇ ਚੰਗੇ ਰਹਿੰਦੇ। ਜਦੋਂ ਮਾੜੇ ਕਰਮ ਦਾ ਫਲ ਤੇ ਨਤੀਜਾ ਸਾਹਮਣੇ ਆਉਂਦਾ ਨਾ, ਬੰਦਾ ਸੋਚਦਾ ਐਵੇਂ ਬਹਿਕ ਗਏ, ਐਵੇਂ ਭਟਕ ਗਏ। ਜੇ ਉਦੋਂ ਆਹ ਗਲਤੀ ਨਾ ਕੀਤੀ ਹੁੰਦੀ, ਉਦੋਂ ਜੇ ਆਹ ਕੰਮ ਕਰਨ ਵਾਲਾ ਕੀਤਾ ਹੁੰਦਾ ਤੇ ਅੱਜ ਆਹ ਹਾਲਾਤ ਨਾ ਦੇਖਣੇ ਪੈਂਦੇ। ਅਬ ਕਿਉਂ ਰੋਵਤ ਅੰਧ, ਹੇ ਅੰਧ, ਹੇ ਅਗਿਆਨੀ ਮਨੁੱਖ, ਹੁਣ ਕਿਉਂ ਰੋਣਾ? ਹੁਣ ਪਛਤਾਵਾ ਕਾਹਦਾ?
ਚੇਤੇ ਵਿੱਚ ਰੱਖਣਾ, ਨੇਕ ਅਮਲ ਦਾ ਹਮੇਸ਼ਾ ਫਖਰ ਹੁੰਦਾ। ਬਸ ਫਰਕ ਇਹੀ ਹੈ। ਕੋਈ ਇਹ ਵੀ ਤਾਂ ਕਹਿ ਸਕਦਾ ਹੈ ਨਾ ਵੀ ਜਿਨ੍ਹਾਂ ਨੇ ਨੇਕ ਅਮਲ ਕੀਤੇ ਦੁੱਖ ਤੇ ਉਹਨਾਂ ਨੂੰ ਵੀ ਵੇਖਣੇ। ਅਸੀਂ ਦੁੱਖ ਦਾ ਪੈਰਾਮੀਟਰ ਸੈੱਟ ਕਰ ਲਿਆ ਫਿਜ਼ੀਕਲੀ, ਪਦਾਰਥਕ ਤੌਰ 'ਤੇ। ਸਰੀਰ ਨੂੰ ਤਕਲੀਫ ਹੈ, ਦੁੱਖ ਹੈ। ਪਦਾਰਥ ਘਟ ਗਏ, ਦੁੱਖ ਹੈ। ਕਿਸੇ ਨੇ ਰਿਸਪੈਕਟ ਨਾ ਦਿੱਤੀ, ਦੁੱਖ। ਅਸੀਂ ਇਹ ਪੈਰਾਮੀਟਰ ਸੈੱਟ ਕਰ ਲਏ, ਇਹ ਪੈਮਾਨੇ ਬਣਾ ਲਏ ਸੁੱਖ ਤੇ ਦੁੱਖ ਨੂੰ ਨਾਪਣ ਤੋਲ। ਇਹ ਨਹੀਂ ਹੈ, ਗੁਰਮਤ ਵਿੱਚ ਇਸ ਚੀਜ਼ ਨੂੰ ਨਹੀਂ ਮੰਨਿਆ ਗਿਆ। ਕੋਈ ਕਹਿ ਸਕਦਾ ਵੀ ਗੁਰੂ ਮਹਾਰਾਜ ਨੇ ਵੀ ਤਾਂ ਤਕਲੀਫਾਂ ਸਹਿਣ ਕੀਤੀਆਂ, ਪਰ ਚੇਤੇ 'ਚ ਰੱਖਿਓ ਗੁਰੂ ਪਾਤਸ਼ਾਹ ਜਿਹੜਾ ਰਾਹ ਦੇ ਰਹੇ ਨਾ, ਉੱਥੇ ਦੁੱਖ ਮੈਂ ਦੁੱਖ ਨਹੀਂ ਮੰਨਿਆ ਵੀ ਹੈ। ਤੇ ਉੱਥੇ ਸਤਿਗੁਰੂ ਨੇ ਵੀ ਸਮਝਾਇਆ ਵੀ ਨੇਕ ਅਮਲ ਹੈ ਨਾ, ਜਿਹੜਾ ਨੇਕ ਕੰਮ ਹੈ, ਉਹ ਹਮੇਸ਼ਾ ਤੁਹਾਡੇ ਅੰਦਰ ਫਖਰ, ਮਾਣ ਪੈਦਾ ਕਰਦਾ। ਤੇ ਮੰਦੇ ਅਮਲ ਵਿੱਚੋਂ ਭਾਵੇਂ ਦੁਨੀਆ ਦੇ ਪਦਾਰਥ ਮਿਲ ਜਾਣ, ਤੁਹਾਨੂੰ ਸਰੀਰਕ ਸੁੱਖ ਸਹੂਲਤਾਂ ਮਿਲ ਜਾਣ, ਪਰ ਉਹਦੇ 'ਚੋਂ ਹਮੇਸ਼ਾ ਪਛਤਾਵਾ ਨਿਕਲਦਾ। ਫਰਕ ਕੇਵਲ ਇਹ ਹੈ। ਨੇਕ ਰਾਹ 'ਤੇ ਚੱਲ ਕੇ ਹੋ ਸਕਦਾ ਰੁੱਖੀ ਰੋਟੀ ਵੀ ਤੁਹਾਨੂੰ ਖਾਣੀ ਪੈ ਜਾਏ, ਪਰ ਉਹ ਤੁਹਾਨੂੰ ਫਖਰ ਹੋਏਗਾ, ਮਾਣ ਹੋਏਗਾ। ਜਿਹੜਾ ਉਹ ਸਕੂਨ ਤੇ ਸੰਤੁਸ਼ਟੀ, ਸੈਟਿਸਫੈਕਸ਼ਨ ਤੁਹਾਡੇ ਕੋਲ ਹੈ, ਦੁਨੀਆ 'ਚ ਉਹਦਾ ਕੋਈ ਮੁੱਲ ਨਹੀਂ। ਤੇ ਮੰਦੇ ਅਮਲ ਕਮਾ ਕੇ ਹੋ ਸਕਦਾ 36 ਪ੍ਰਕਾਰ ਦੇ ਪਕਵਾਨ ਮੇਰੇ ਸਾਹਮਣੇ, ਪਰ ਉਹਨਾਂ ਨੂੰ ਖਾਂਦਿਆਂ ਵੀ ਜੀਵਨ ਵਿੱਚ ਸੰਤੁਸ਼ਟੀ ਨਹੀਂ, ਸੈਟਿਸਫੈਕਸ਼ਨ ਨਹੀਂ, ਤੇ ਪਛਤਾਵਾ ਜਿਹੜਾ ਅੰਦਰ ਬੈਠਾ ਹੈ, ਤਕਲੀਫ, ਦੁੱਖ ਜਿਹੜਾ ਅੰਦਰ ਬੈਠਾ ਹੈ, ਔਰ ਬੁਰੇ ਕੰਮਾਂ ਦਾ ਪਰਛਾਵਾਂ ਮੇਰੇ ਨਾਲ ਜਿਹੜਾ ਚੱਲ ਕੇ ਮੈਨੂੰ ਹਰ ਵਾਰ ਚੇਤਾ ਕਰਾਉਂਦਾ ਹੈ ਕਿ ਤੂੰ ਗਲਤ ਬੰਦਾ ਹੈ। ਮੇਰਾ ਆਪਣਾ ਵਜੂਦ ਮੈਨੂੰ ਜਿਹੜੀ ਲਾਹਨਤ ਪਾਉਂਦਾ ਹੈ, ਉਹਦੇ ਨਾਲ ਦਾ ਦੁੱਖ ਸੰਸਾਰ 'ਚ ਕੋਈ ਨਹੀਂ, ਤੇ ਉਹਨੂੰ ਮਿਟਾ ਵੀ ਕੋਈ ਨਹੀਂ। ਉਹ ਤਾਂ ਸਾਡਾ ਪਰਛਾਵਾਂ ਬਣ ਜਾਂਦਾ। ਉੱਥੇ ਫਿਰ ਪਛਤਾਵਾ ਹੈ। ਤੋ ਨੇਕ ਅਮਲ ਦਾ ਮਾਣ ਹੁੰਦਾ ਹੈ, ਮੰਦੇ ਅਮਲ ਦਾ ਪਛਤਾਵਾ ਹੁੰਦਾ ਹੈ। ਤੋ ਸਤਿਗੁਰੂ ਇਸੇ ਕਰਕੇ ਸਾਨੂੰ ਸੁਚੇਤ ਕਰ ਰਹੇ ਨੇ। ਅਗਲੇਰੇ ਸਲੋਕਾਂ ਦੀ ਵਿਚਾਰ ਅਗਲੇ ਦੀਵਾਨਾਂ ਵਿੱਚ ਆਪਾਂ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।